ये करना इन्ना सौखा है, गल करनी तो बहुत सौखी है। जे तुसीं मान लो तुहाडे 117 भी जित के आ जाण, करन दे देणगे। तुसीं खालिस्तान के मुद्दे ते हर वार चोण लड़दे हो, खालिस्तान का मुद्दा तुहाडा बड़ा अहम मुद्दा हैगा। हाँ ਅਸੀਂ कोशिश करांगे। हुण देखो ना कि जे चोणां दे नाल ही खालिस्तान मिलना, तुहानूं लगदा चोणां नाल खालिस्तान मिल जाऊगा, यानी विधान सभा जाके खालिस्तान मिल जाऊगा? तुहानूं लगदा बैन करवाया है, तुहानूं मोदी ने बैन करवाया है? ये तो नहीं मैं कह सकता किहने करवाया फिर? हिंदुत्व ने कराया है। 80 बंदे जित के विधान सभा चले जाते हैं, 70 चले जाते हैं, की फिर खालिस्तान बन जाएगा? ਜਿਹੜੀ ਸਿੱਖਾਂ ਦੀ ਸਿਆਸਤ ਹੁੰਦੀ ਹੈ, ਜਿਹੜੀ ਲੜਾਈ ਹੁੰਦੀ ਹੈ, ਉਹ ਗੁਰਿਲਾ ਵਾਰਫੇਅਰ ਹੁੰਦੀ ਹੈ। मौके की डिसाइड करना। बादल ने अपने इंटरव्यू कहा, शायद तुसीं सुनिया, पता नहीं, वो कहते मैं उन्होंने पूछा मान साहब नूं कदे मिलने की इच्छा है? कहते हाँ, मान साहब नूं मैं मिलना चाहुंदा हैगा। इंटरस्टिंग बंदे ने, उन्होंने कहा। हाँ फिर आ जाने, ये आ जा, मैं किहड़ा उन्हां तों नੱਠਿਆ ਹੈਗਾ। कैप्टन अमरिंदर सिंह कहते मैं उन्होंने कहा ਅੰਮ੍ਰਿਤਸਰ ਲਾਨਾਮੇ ਤੇ ਸਾਈਨ ਤਾਂ ਤੁਸੀਂ ਵੀ ਕੀਤੇ ਸੀਗੇ। ਕਹਿੰਦੇ ਮਾਨ ਨੂੰ ਸੈੱਟ ਕਰਕੇ ਰੱਖਣਾ ਸੀਗਾ, ਮਾਨ ਨੂੰ ਸੈੱਟ ਕਰਨਾ ਸੀ, ਕਹਿੰਦੇ ਤਾਂ ਕਿ ਕਿਤੇ ਇੱਧਰ ਉੱਧਰ ਨਾ ਭੱਜੇ ਮਾਨ। ਤੁਸੀਂ ਪੁੱਛਣਾ ਸੀਗਾ ਕਿ ਮਾਨ ਨੂੰ ਫਿਰ ਤੁਸੀਂ ਪਿੰਜਰੇ 'ਚ ਪਾ ਲਿਆ, ਸਗੋਂ ਆਪ ਪਿੰਜਰੇ 'ਚੋਂ ਬਾਹਰ ਨਿਕਲ ਗਏ। ਲੀਡਰ ਸੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਕੀ ਸੋਚਦੇ ਹੋ ਅੱਜ ਕੱਲ੍ਹ ਇਹਨਾਂ ਬਾਰੇ ਤੁਸੀਂ? ਇਹ ਤਾਂ ਸਿੱਟਾ ਤੁਸੀਂ ਕੱਢੋਗੇ, ਤੁਹਾਨੂੰ ਘੋੜੇ ਤੇ ਗਧੇ ਦੀ ਪਛਾਣ ਹੈਗੀ ਹੈ, ਕਰ ਲਿਓ ਕਿਸੇ ਵੇਲੇ। ਇਹ ਖਾਲਿਸਤਾਨ ਬਣ ਜੇ ਫਿਰ ਬਾਕੀ ਕਮਿਊਨਿਟੀਆਂ ਕਿਵੇਂ ਰਹਿਣਗੇ, ਉਹਨਾਂ ਬਾਰੇ ਕੀ ਸੋਚਦੇ ਤੁਸੀਂ? ਮੰਨ ਲਓ ਖਾਲਿਸਤਾਨ 'ਚ ਸਿੱਖ ਤਾਂ ਹੋਣਗੇ, ਜਿਵੇਂ ਵਿਲਾਇਤ ਰਹਿੰਦਾ ਉਸੇ ਤਰ੍ਹਾਂ ਹੀ ਹੋਊਗਾ। ਤੇ ਤੁਸੀਂ ਜੇ ਵਿਧਾਨ ਸਭਾ ਪਹੁੰਚ ਜਾਂਦੇ ਹੋ, ਖਾਲਿਸਤਾਨ ਦਾ ਮਤਾ ਪਾਓਗੇ ਵਿਧਾਨ ਸਭਾ 'ਚ? ਇਹ ਤਾਂ ਦੇਖਾਂਗੇ। ਜੇ ਮੇਰੀ ਗ੍ਰਿਫਤਾਰੀ ਹੋਣ ਲੱਗੀ ਸੀ, ਪਰ ਜਦੋਂ UNO ਦੇ ਵਿੱਚ ਮੋਦੀ ਸਾਹਿਬ ਜਾਣ ਲੱਗੇ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਪੰਜਾਬ ਦੀ ਰਾਜਨੀਤੀ, ਪੰਜਾਬ ਦੇ ਸੱਭਿਆਚਾਰ, ਪੰਜਾਬੀ ਸਮਾਜ ਤੇ ਸਿੱਖਾਂ ਦਾ ਹਮੇਸ਼ਾ ਵੱਡਾ ਅਸਰ ਰਿਹਾ ਹੈ। ਡਾਕਟਰ ਰਾਜਮੋਹਨ ਗਾਂਧੀ ਆਪਣੀ ਕਿਤਾਬ 'ਚ ਲਿਖਦੇ ਨੇ ਕਿ ਸਿੱਖ ਜਦੋਂ ਸਭ ਤੋਂ ਜ਼ਿਆਦਾ ਘੱਟ ਗਿਣਤੀ ਸੀ, ਉਦੋਂ ਵੀ ਪੰਜਾਬ ਤੇ ਰਾਜ ਕਰ ਰਹੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਗੱਲ ਹੈ। ਉਸ ਤੋਂ ਬਾਅਦ 47 ਆਉਂਦਾ ਹੈ, 47 'ਚ ਸਿੱਖਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਫਿਰ 84 ਆਉਂਦਾ ਹੈ। ਪੰਜਾਬ ਦੀ ਸਿੱਖ ਰਾਜਨੀਤੀ ਬਾਰੇ ਕਿਹਾ ਜਾਂਦਾ ਹੈ ਕਿ ਸਿੱਖ ਰਾਜਨੀਤੀ ਦੇ ਲੀਡਰ ਨੇ ਜਿਹੜੇ, ਉਹ ਚੰਗੀ ਤਰ੍ਹਾਂ ਕੌਮ ਨੂੰ ਲੀਡ ਨਹੀਂ ਕਰ ਸਕੇ, ਜਾਂ ਲੀਡਰਾਂ ਦਾ ਇਤਰਾਜ਼ ਰਿਹਾ ਕੁਝ ਦਾ ਕਿ ਕੌਮ ਉਹਨਾਂ ਨਾਲ ਖੜੀ ਹੋਈ ਜਾਂ ਨਾ ਹੋਈ। ਸਿਮਰਨਜੀਤ ਮਾਨ ਕੋਲੇ ਪਹੁੰਚਿਆ ਸੀ। ਸਿਮਰਨਜੀਤ ਸਿੰਘ ਮਾਨ ਅਮਰਗੜ੍ਹ ਤੋਂ ਚੋਣ ਲੜ ਰਹੇ ਨੇ। ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਕਿਵੇਂ ਦੇਖਦੇ ਨੇ ਉਹ ਸਿੱਖ ਰਾਜਨੀਤੀ ਨੂੰ, ਔਰ ਅਮਰਗੜ੍ਹ ਕਿਉਂ ਆਏ ਨੇ, ਜਾਂ ਪੰਜਾਬ ਦੀ ਚੋਣ ਰਾਜਨੀਤੀ 'ਚ ਉਹਨਾਂ ਨੂੰ ਉਸ ਤਰ੍ਹਾਂ ਦਾ ਰਿਸਪੌਂਸ ਕਿਉਂ ਨਹੀਂ ਮਿਲਦਾ ਜਿਸ ਤਰ੍ਹਾਂ ਦੀ ਉਹ ਤਵੱਕੋ ਕਰਦੇ ਨੇ। ਸਵਾਗਤ ਹੈ ਮਾਨ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾ ਸਵਾਲ ਮਾਨ ਸਾਹਿਬ ਇਹੀ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਜ਼ਿਕਰ ਕਰ ਰਿਹਾ ਹਾਂਗਾ ਕਿ ਆਬਾਦੀ ਸਿੱਖਾਂ ਦੀ ਸਭ ਤੋਂ ਘੱਟ ਸੀ, ਰਾਜ ਸਿੱਖਾਂ ਨੇ ਕੀਤਾ। 47 ਤੱਕ ਵੀ ਸਿੱਖਾਂ ਦਾ ਇੱਕੋ ਰਿਹਾ, ਔਰ ਸਿੱਖਾਂ ਦਾ ਹਮੇਸ਼ਾ ਦਬਦਬਾ ਰਿਹਾ ਪੰਜਾਬੀ ਹਰ ਗੱਲ ਦੇ ਉੱਤੇ। ਪੰਜਾਬ 'ਚ ਹੋਰ ਵੀ ਕਮਿਊਨਿਟੀਆਂ ਸੀ। ਕਿਵੇਂ ਦੇਖਦੇ ਹੋਗੇ ਸਿੱਖ ਰਾਜਨੀਤੀ ਉੱਤੋਂ ਲੈ ਕੇ ਹੁਣ ਤੱਕ? ਇਹ ਵਜ੍ਹਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਹੈ, इन ਗਰੀਬ ਸਿੱਖੋਂ ਕੋ ਦੂੰ ਬਾਦਸ਼ਾਹੀ। ਹੁਣ ਜਦੋਂ ਸਾਡੇ ਗੁਰੂਆਂ ਨੇ ਕਹਿਤਾ ਕਿ ਸਿੱਖ ਬਾਦਸ਼ਾਹੀ ਲੈਣਗੇ ਤੇ ਬਾਦਸ਼ਾਹ ਰਹਿਣਗੇ, ਫਿਰ ਉਸ ਤੋਂ ਬਾਅਦ ਭਾਈ ਯਾਦਵਿੰਦਰ ਸਿੰਘ ਜੀ ਇਹ ਜਿਹੜੀ ਸਾਨੂੰ ਰਾਜ ਕਰਨ ਦੀ ਹੁਕਮ ਦਿੱਤੇ ਹੈ ਮਹਾਰਾਜ ਨੇ, ਇਹ ਸਾਡੇ ਵਿੱਚੋਂ ਜਾਂਦੀ ਨਹੀਂ। ਬੇਸ਼ੱਕ ਅਸੀਂ ਘੱਟ ਗਿਣਤੀ ਦੀ ਹੋਈਏ ਜਾਂ ਵੱਧ ਗਿਣਤੀ ਦੀ ਹੋਏ। 5 ਤਰੀਕ ਨੂੰ ਪਿਛਲੇ ਮਹੀਨੇ ਦੀ ਨੂੰ ਪ੍ਰਾਈਮ ਮਿਨਿਸਟਰ ਮੋਦੀ ਫਿਰੋਜ਼ਪੁਰ ਆਏ ਸੀਗੇ ਤੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਮੇਰੀ ਜਾਨ ਨੂੰ ਖਤਰਾ ਹੈ। ਹੁਣ ਜਦੋਂ ਇਹ ਜਮਨਾ ਤੋਂ ਪਾਰ ਜਿਹੜੇ ਲੋਕ ਵੱਸਦੇ ਆ ਹਿੰਦੁਸਤਾਨ 'ਚ, ਜੇ ਸਿੱਖ ਤੋਂ ਵੈਸੇ ਹੀ ਡਰਦੇ ਹੈ, ਹੁਣ
ਆਪਣਾ ਕਸੂਰ ਤਾਂ ਹੈ ਨਹੀਂ, ਕੋਈ ਉਹਨਾਂ ਨੂੰ ਖਤਰਾ ਨਹੀਂ ਸੀ, ਕੋਈ ਉਹਨਾਂ ਨੂੰ ਡਰ ਨਹੀਂ ਸੀਗਾ, ਕਿਸੇ ਨੇ ਨਹੀਂ ਸੀ ਪਾਇਆ, ਪਰ ਉਹ ਕਹਿ ਗਏ ਕਿ ਮੈਨੂੰ ਖਤਰਾ ਹੈ। ਹੁਣ ਇਹ ਤਾਂ ਤੁਸੀਂ ਜਮਨਾ ਤੋਂ ਪਾਰ, ਜਿਨ੍ਹਾਂ ਨੂੰ ਅਸੀਂ ਹਿੰਦੁਸਤਾਨੀ ਕਹਿੰਦੇ ਹਾਂ, ਉਹਨਾਂ ਨੂੰ ਪੁੱਛੋ ਕਿ ਤੁਹਾਨੂੰ ਡਰ ਕਾਹਦਾ, ਜਦੋਂ ਤੁਹਾਨੂੰ ਡਰ ਹੀ ਨਹੀਂ ਹੈ। ਤੁਹਾਡੇ ਕੋਲੇ ਸਾਰਾ ਬਾਰਡਰ ਦਾ ਸਿਲਸਿਲਾ BSF ਹੈ, ਸਾਰੀ ਫੌਜ ਲੱਗੀ ਹੋਈ ਹੈ, 에ਅਰ ਫੋਰਸ ਹੈ, ਸੈਟੇਲਾਈਟ ਉੱਤੇ ਤੁਹਾਡੇ ਚੱਲ ਰਹੀ ਹੈ ਤੇ ਦੇਖ ਰਹੀ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕੋਈ ਤਕਲੀਫ ਤਾਂ ਨਹੀਂ। ਤੇ ਫਿਰ ਇਹੋ ਜਿਹਾ ਮਿਹਣਾ ਦੇਣਾ ਇੱਕ ਤਾਂ ਬਦਤਮੀਜ਼ੀ ਹੈ, ਇੱਕ ਹਿੰਦੁਸਤਾਨੀਆਂ ਦਾ ਜਿਹੜਾ ਡਰ ਇਹਨਾਂ ਦੇ ਮਨ ਦੇ ਵਿੱਚ ਪੈ ਗਿਆ, ਸਿੱਖ ਦੇਖ ਕੇ ਜਾਂ ਸਿੱਖਾਂ ਦੀ ਜਗ੍ਹਾ 'ਚ ਜਾ ਕੇ ਇਹਨਾਂ ਦੇ ਜਿਹੜੇ ਜੀਨਸ ਹੈ ਉਹਨਾਂ ਤੋਂ ਪੁੱਛਿਆ ਜਾਵੇ ਕਿ ਕਿਹੜੀ ਚੀਜ਼ ਤੋਂ ਇਹ ਡਰਦੇ ਆ। ਮੈਂ ਜਿਹੜਾ ਸਵਾਲ ਪੁੱਛ ਰਿਹਾ ਸੀ, ਤੁਹਾਨੂੰ ਕੀ ਲੱਗਦਾ ਸਿੱਖ ਲੀਡਰਸ਼ਿਪ ਦੀ ਘਾਟ ਰਹੀ ਜਾਂ ਸਿੱਖ ਕੌਮ ਦੀ ਘਾਟ ਹੈਗੀ, ਲੋਕਾਂ ਦੀ ਘਾਟ ਆ ਕਿ ਜਿਹੜਾ ਇੱਕ ਸੰਕਟ ਰਿਹਾ, ਕ੍ਰਾਈਸਿਸ ਰਿਹਾ ਹੈਗਾ 47 ਤੋਂ ਬਾਅਦ? ਅਸੀਂ ਦੇਖੋ 1947 ਤੋਂ ਪਹਿਲਾਂ ਅੰਗਰੇਜ਼ ਦੇ ਗੁਲਾਮ ਸੀਗੇ, 1947 ਤੋਂ ਬਾਅਦ ਜਿਹੜੇ ਅਸੀਂ ਪਾਕਿਸਤਾਨ ਦੇ ਵਿੱਚ ਵੱਸਦੇ ਹਾਂ ਮੁਸਲਮਾਨ ਦੇ ਗੁਲਾਮ ਹੈ, ਜਿਹੜੇ ਆਪਾਂ ਇੰਡੀਆ ਦੇ ਵਿੱਚ ਵੱਸਦੇ ਹਾਂ ਹਿੰਦੂ ਦੇ ਗੁਲਾਮ ਹੈ। ਕਿਉਂ ਕਰਕੇ ਸਾਰਾ ਕਾਨੂੰਨ ਹਿੰਦੂ ਦੇ ਹੱਥ ਦੇ ਵਿੱਚ ਹੈ, ਕਿਉਂ ਕਰਕੇ ਉਹਨਾਂ ਦੀ ਬਹੁਤ ਗਿਣਤੀ ਪਾਰਲੀਮੈਂਟ ਦੇ ਵਿੱਚ ਵੀ ਹੈ, ਸੁਪਰੀਮ ਕੋਰਟ ਦੇ ਵਿੱਚ ਸਿੱਖਾਂ ਦਾ ਇੱਕ ਵੀ ਜੱਜ ਹੈ ਨਹੀਂਗਾ। ਕਿੰਨੇ ਆਪਣੇ ਦੇਸ਼ ਦੇ ਵਿੱਚ ਸਟੇਟਾਂ ਹੈਗੀਆਂ, ਕੋਈ ਵੀ ਸਿੱਖ ਗਵਰਨਰ ਨਹੀਂ ਹੈਗਾ, ਸੈਂਟਰ ਦੀ ਵਜ਼ਾਰਤ ਦੇ ਵਿੱਚ ਕੋਈ ਸਿੱਖ ਨਹੀਂ ਹੈਗਾ। ਕਸ਼ਮੀਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ 1819 ਦੇ ਵਿੱਚ ਫਤਿਹ ਕੀਤਾ ਸੀ, ਉੱਥੇ ਵੀ ਸਾਡੀ ਨੁਮਾਇੰਦਗੀ ਹੈ ਨਹੀਂ। ਪਰ ਤੁਹਾਨੂੰ ਲੱਗਦਾ ਇਸ ਗੱਲ ਨਾਲ ਫਰਕ ਪੈਂਦਾ, ਜਦੋਂ 84 ਦਾ ਕਤਲੇਆਮ ਹੋ ਰਿਹਾ ਸੀ ਰਾਸ਼ਟਰਪਤੀ ਤਾਂ ਸਿੱਖ ਸੀ ਉਦੋਂ? ਇਹੀ ਤਾਂ ਮੈਂ ਕਹਿੰਦਾ। ਫਿਰ ਕੀ ਫਰਕ ਪੈਂਦਾ ਇਸ ਗੱਲ ਦੇ ਨਾਲ ਸਿੰਬੋਲਿਕਲੀ, ਜੇ ਕੋਈ ਪ੍ਰਧਾਨ ਮੰਤਰੀ ਸਿੱਖ ਬਣ ਜਾਊਗਾ, ਮਨਮੋਹਨ ਸਿੰਘ ਸਿੱਖ? ਫਿਰ ਸ਼ਾਇਦ ਛਾ ਜਾਂਦੇ ਆ ਨਾ, ਹਿੰਦ ਹਕੂਮਤ ਦੀ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰ ਨੂੰ ਜਿਹੜੀ ਪਾਲਿਸੀ ਹੈ ਉਹ ਲਾਗੂ ਕਰਨੀ ਪੈਂਦੀ ਹੈ। ਬੇਸ਼ੱਕ ਉਹ ਸਿੱਖ ਹੋਵੇ, ਮੁਹੰਮਦ ਹੋਵੇ, ਕੁਛ ਵੀ ਹੋਵੇ, ਜਿਹੜੀ ਵੱਧ ਗਿਣਤੀ ਕੌਮ ਦੀ ਪਾਲਿਸੀ ਹੈ ਉਸ ਨੂੰ ਉਹ ਲਾਗੂ ਕਰਦਾ ਹੈ। ਹੁਣ ਸਾਨੂੰ ਸਿੱਖਾਂ ਨੂੰ ਫਰਾਂਸ ਦੇ ਵਿੱਚ ਜੇ ਅਸੀਂ ਸਕੂਲਾਂ 'ਚ ਪੜ੍ਹਨਾ ਹੈ, ਸਰਕਾਰ ਦੇ ਵਿੱਚ ਕੰਮ ਕਰਨਾ ਹੈ, ਸਾਨੂੰ ਦਸਤਾਰ ਪਹਿਨਣ ਦੀ ਲੋੜ ਹੈ ਤੇ ਅਸੀਂ ਸਿੱਖ ਪਹਿਨਦੇ ਹੈ। ਪਰ ਫਰਾਂਸ ਦੇ ਵਿੱਚ ਕਹਿੰਦੇ ਆ ਕਿ ਸਿੱਖ ਆਪਣਾ ਸਾਫਾ ਨਹੀਂ ਪਹਿਨ ਸਕਦੇ। ਹੁਣ ਮਨਮੋਹਨ ਸਿੰਘ ਜੀ ਸਿੱਖ ਸੀਗੇ, 2 ਵਾਰੀ ਫਰਾਂਸ ਗਏ ਹੈ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਫਰਾਂਸ ਤੋਂ ਬਹੁਤ ਅਸਲਾ ਖਰੀਦਦੇ ਹੋ, ਪਣਡੁੱਬੀਆਂ ਖਰੀਦਦੇ ਹੋ, ਹੋਰ ਹਵਾਈ ਜਹਾਜ਼ ਵੀ ਖਰੀਦਦੇ ਹੋ, ਪਹਿਲਾਂ ਟੈਂਕ ਵੀ ਖਰੀਦਦੇ ਸੀ, ਇਹਨਾਂ ਨੂੰ ਕਹਿ ਕੇ ਜਾਓ ਕਿ ਸਿੱਖਾਂ ਦੇ ਉੱਤੇ ਪਾਬੰਦੀ ਨਹੀਂ ਲੱਗਣੀ ਚਾਹੀਦੀ ਸਕੂਲਾਂ ਤੇ ਸਰਕਾਰੀ ਨੌਕਰੀਆਂ ਦੇ ਵਿੱਚ ਜੇ ਇਹ ਦਸਤਾਰ ਸਜਾਉਂਦੇ ਆ। ਪਰ ਮਨਮੋਹਨ ਸਿੰਘ ਜੀ ਦਾ ਜਿਗਰਾ ਹੀ ਨਹੀਂ ਪਿਆ। ਫਿਰ ਮੈਂ ਇਸੇ ਗੱਲ ਦੇ ਉੱਤੇ ਆ ਰਿਹਾ। ਮੈਂ ਇਹ ਕਹਿ ਰਿਹਾ, ਜਦੋਂ ਤੁਸੀਂ ਇਹ ਗੱਲ ਕਹਿ ਰਹੇ ਹੋ, ਮੈਂ ਤੁਹਾਡਾ ਭਾਸ਼ਣ ਸੁਣ ਰਿਹਾ ਸੀ, ਪਹਿਲਾਂ ਵੀ ਸੁਣਦਾ ਰਹਿਣਾ ਹੈਗਾ। ਤੁਸੀਂ ਸੰਗਰੂਰ ਤੋਂ ਚੋਣ ਲੜੇ, ਪਹਿਲਾਂ ਚੜ੍ਹਦੇ ਸੂਰਜ ਦੇ ਚੋਣ ਨਿਸ਼ਾਨ ਤੇ, ਫਿਰ ਗੱਡੇ ਤੇ ਮੇਰਾ ਪਿੰਡ ਧਨੌਲਾ ਹੈਗਾ। ਮੈਂ ਛੋਟਾ ਜਿਹਾ ਹੁੰਦਾ ਸੀ, ਤੁਹਾਡੀ ਉਹ ਚੋਣ ਵੀ ਦੇਖਦਾ ਰਿਹਾ ਹੈਗਾ। ਜੋ ਤੁਸੀਂ ਇਹ ਕਹਿੰਦੇ ਹੋ ਕਿ ਨਹੀਂ ਕਰਦੀ ਕਨਸਟੀਟਿਊਸ਼ਨ ਆ ਜਿਹੜਾ, ਇਹ ਤਾਂ ਹਿੰਦੂਆਂ ਦੇ ਮੁਤਾਬਕ ਚੱਲ ਰਿਹਾ ਦੇਸ਼ ਆ ਜਿਹੜਾ ਭਾਰਤ ਆ, ਉਧਰ ਪਾਕਿਸਤਾਨ ਮੁਸਲਮਾਨਾਂ ਦੇ ਮੁਤਾਬਕ ਚੱਲਦਾ। ਕਨਸਟੀਟਿਊਸ਼ਨ ਨੂੰ ਵੀ ਆਪਣੇ ਮੁਤਾਬਕ ਉਹਦੀ ਵਿਆਖਿਆ ਕਰ ਲੈਂਦੇ ਨੇ। ਫਿਰ ਜੇ ਤੁਸੀਂ ਚੋਣ ਜਿੱਤ ਵੀ ਜਾਓਗੇ, ਉਹਦੇ ਨਾਲ ਕੀ ਫਰਕ ਪੈ ਜਾਊਗਾ? ਕਿਵੇਂ ਬਦਲ ਜਾਊਗਾ ਦੇਸ਼? ਕਿਵੇਂ ਬਦਲ ਜਾਊਗਾ ਅਮਰਗੜ੍ਹ? ਕਿਵੇਂ ਬਦਲ ਜਾਊਗਾ ਪੰਜਾਬ? ਇਹ ਤਾਂ ਜਿਵੇਂ ਮੈਂ ਸੰਗਰੂਰ ਨੂੰ ਬਦਲਤਾ ਸੀ, ਸਾਰੇ ਪਿੰਡਾਂ ਤੇ 660 ਪਿੰਡ ਸੀਗੇ ਮੇਰੇ ਕੋਲੇ, ਸਾਰਿਆਂ ਨੂੰ ਆਪਣੀਆਂ ਜਿਹੜੀਆਂ ਲੋੜਾਂ ਸੀਗੀਆਂ ਉਹ ਪੂਰੀਆਂ ਕੀਤੀਆਂ। ਤੇ ਹਲਕੇ ਨੂੰ ਠੀਕ ਰੱਖਣਾ ਇੱਕ MLA ਦੇ ਲਈ ਮੁਸ਼ਕਲ ਨਹੀਂ ਹੈ, ਕਿਉਂ ਕਰਕੇ ਜਿਹੜਾ MLA ਹੁੰਦਾ ਇੱਕ ਨੁਮਾਇੰਦਾ ਵੀ ਹੁੰਦਾ ਤੇ ਵਿਚੋਲਾ ਵੀ ਹੁੰਦਾ ਸਰਕਾਰ ਤੇ ਆਪਣੇ ਹਲਕੇ ਦੇ ਦਰਮਿਆਨ। ਜਿਹੜੀਆਂ ਇਹਨਾਂ ਨੂੰ ਤਕਲੀਫਾਂ ਹੋਣਗੀਆਂ ਉਹ ਸਰਕਾਰ ਤੋਂ ਦਰੁਸਤ ਕਰਾਵਾਂਗੇ
ਤੇ ਜਿਹੜੀਆਂ ਇੱਥੇ ਕਮੀਆਂ ਹੈਗੀਆਂ ਉਹ ਪੂਰੀਆਂ ਕਰਾਵਾਂਗੇ। ਤੇ ਜਿਹੜੇ ਸਕੂਲ ਹੈਗੇ ਹੈ, ਜਿਹੜੇ ਇੱਥੋਂ ਦੇ ਹਸਪਤਾਲ ਹੈ, ਉਹ ਵਧੀਆ ਬਣਾ ਕੇ ਦੇਵਾਂਗੇ। ਇਹਨਾਂ ਦੀਆਂ ਸੜਕਾਂ ਵਧੀਆ ਹੋਣਗੀਆਂ, ਬੱਚੇ ਵਧੀਆ 12ਵੀਂ ਤੱਕ ਜ਼ਰੂਰੀ ਪੜ੍ਹਨਗੇ, ਉਸ ਤੋਂ ਬਾਅਦ ਉਹਨਾਂ ਦੀ ਨੌਕਰੀ ਦਾ ਦੇਖਾਂਗੇ। ਸੋ ਸਾਰਾ ਕੁਝ MLA ਕਰ ਸਕਦਾ ਹੈ। ਨਹੀਂ, ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਪਰ- ਔਰ MP ਹੁੰਦਿਆਂ ਵੀ ਤੁਸੀਂ ਕਰਵਾਇਆ ਹੋਊ। ਇਹ ਤਾਂ ਇਕਨੋਮਿਕ ਮਸਲੇ ਨੇ, ਤਾਂ ਆਰਥਿਕ ਮਸਲੇ ਨੇ, ਜਿਹੜੇ ਕੌਮੀ ਮਸਲੇ ਹੁੰਦੇ ਨੇ, ਜਿਹਨਾਂ ਤੁਸੀਂ ਕਹਿੰਦੇ ਹੋ ਕਿ ਕੌਮੀ ਮਸਲਿਆਂ 'ਚ ਉਹ ਆਪਣੀ ਕੌਮ ਦੇ ਮੁਤਾਬਕ ਚੀਜ਼ਾਂ ਦੀ ਵਿਆਖਿਆ ਕਰਦੇ ਨੇ। ਤੁਹਾਡਾ ਕਹਿਣਾ ਹੈਗਾ, ਤੁਹਾਡਾ ਇਤਰਾਜ਼ ਹੈਗਾ, ਤੁਹਾਡਾ ਇਲਜ਼ਾਮ ਆ ਇਹ, ਜਦੋਂ ਕਿ ਉਹ ਹੋਰ ਤਰ੍ਹਾਂ ਕਹਿੰਦੇ ਨੇ। ਉਹ ਤਾਂ ਕਹਿੰਦੇ ਸੈਕੂਲਰ ਹਾਂ ਅਸੀਂ, ਤਾਂ ਬੜਾ ਵਧੀਆ ਡੈਮੋਕ੍ਰੈਟਿਕ ਸੈਕੂਲਰ ਮੁਲਕ ਹਾਂ। ਮੈਂ ਤੁਹਾਡੇ ਤੋਂ ਪੁੱਛਦਾ ਕਿ ਕੌਮੀ ਮਸਲੇ ਅਗਰ ਕੋਈ ਲੀਡਰ ਜਿੱਤ ਕੇ ਚਲਾ ਜਾਏਗਾ, ਅਗਰ ਕਿਸੇ ਦੀ ਸਰਕਾਰ ਵੀ ਬਣ ਜਾਏਗੀ, ਖਾਲਿਸਤਾਨ ਦੇ ਮੁੱਦੇ ਤੇ ਮੰਨ ਲੈਂਦੇ ਆਪਾਂ, ਕੀ ਫਿਰ ਕਰਨ ਦੇ ਦੇਗੀ ਹਿੰਦ ਸਰਕਾਰ? ਯਾਦਵਿੰਦਰ ਸਿੰਘ, ਇਹ ਜ਼ਰੂਰੀ ਨਹੀਂ ਕਿ ਕਰਨ ਦੇਊਗੀ ਕਿ ਨਹੀਂ ਕਰਨ ਦੇਊਗੀ। ਹੁਣ ਜਿਹੜਾ ਇੰਡੀਆ ਹੈ, ਇਹਦੇ ਕੋਲੇ ਪਰਮਾਣੂ ਹਥਿਆਰ ਹੈ, ਪਰ ਚੀਨ 2020 ਦੇ ਵਿੱਚ ਲਦਾਖ ਦੇ 900 ਸਕੁਅਰ ਕਿਲੋਮੀਟਰ ਤੇ ਕਬਜ਼ਾ ਕਰ ਲਿਆ। ਹੁਣ ਇੰਡੀਆ ਕੀ ਕਰ ਸਕਦਾ? ਪਿੱਟੀ ਜਾਂਦਾ। ਮੇਰਾ ਮਤਲਬ ਆ ਜਿਹੜੀ ਆਸਟ੍ਰੇਲੀਆ ਦੇ ਵਿੱਚ ਸਿੱਖ ਰੈਜੀਮੈਂਟ ਵੀ ਲਾਈ ਆ ਉੱਥੇ। ਹਾਂ, ਆਸਟ੍ਰੇਲੀਆ ਦੇ ਵਿੱਚ ਫੋਰਨ ਮਿਨਿਸਟਰਸ ਦੀ ਗੱਲ ਹੋਈ ਹੈ, ਉਹਦੇ 'ਤੇ ਵੀ ਜਾ ਕੇ ਫੋਰਨ ਮਿਨਿਸਟਰ ਪਿੱਟਿਆ ਹੈ ਕਿ ਚੀਨ ਨੇ ਸਾਡੇ ਉੱਤੇ ਕਬਜ਼ਾ ਕੀਤਾ ਹੋਇਆ। ਹੁਣ ਐਡਾ ਵੱਡਾ ਮੁਲਕ ਜਿਹਦੇ ਕੋਲੇ ਏਡੀ ਫੌਜ ਹੋਵੇ, ਐਡਾ ਨਿਊਕਲੀਅਰ ਪਰਮਾਣੂ ਹਥਿਆਰ ਹੋਣ, ਉਹ ਨਹੀਂ ਕੁਛ ਕਰ ਸਕਦਾ। ਤੇ ਸਿਮਰਨਜੀਤ ਸਿੰਘ ਮਾਨ ਕਿੰਨਾ ਕੁ ਕਰੂਗਾ, ਉਹ ਦੁਨੀਆ ਦੇਖੂਗੀ। ਜਦੋਂ ਮੇਰੀ ਆਵਾਜ਼ ਦੁਨੀਆ ਦੀ ਪ੍ਰੈਸ ਦੇ ਵਿੱਚ ਪਹੁੰਚੂਗੀ ਤੇ ਜਿਹੜੇ ਸਿੱਖ ਸਾਡੇ ਬਾਹਰ ਵੱਸਦੇ ਹੈ, ਉਹਨਾਂ ਦਾ ਜ਼ੋਰ ਲੱਗੂਗਾ। ਕਿਉਂ ਕਰਕੇ ਉਸ ਵੇਲੇ ਜਦੋਂ ਮੋਦੀ ਸਾਹਿਬ ਨਿਊਯਾਰਕ ਅਮਰੀਕਾ ਗਏ ਹੈ, ਉਹ ਸਾਡੀ ਪਾਰਟੀ ਤੇ ਜ਼ੁਲਮ ਕਰਨ ਲੱਗੇ ਸੀਗੇ, ਮੇਰੀ ਗ੍ਰਿਫਤਾਰੀ ਹੋਣ ਲੱਗੀ ਸੀ। ਪਰ ਜਦੋਂ UNO ਦੇ ਵਿੱਚ ਮੋਦੀ ਸਾਹਿਬ ਜਾਣ ਲੱਗੇ, ਹਕੂਮਤ ਨੂੰ ਪਤਾ ਲੱਗਿਆ ਕਿ ਜੇ ਸਿਮਰਨਜੀਤ ਸਿੰਘ ਮਾਨ ਨੂੰ ਇਸ ਵਕਤ ਫੜ ਲਿਆ ਤੇ ਉੱਥੇ ਮੁਜ਼ਾਹਰਾ ਹੋਊਗਾ, ਤੇ ਮੁਜ਼ਾਹਰਾ ਹੋ ਗਿਆ ਸੀਗਾ। ਤੇ ਮੇਰਾ ਮਤਲਬ ਇਹ ਨਹੀਂ, ਜੇ ਮੇਰੇ ਕੋਲ ਸ਼ਸਤਰ ਹੈ ਨਹੀਂ, ਨਿਊਕਲੀਅਰ ਪਾਵਰ ਨਹੀਂ ਹੈ, ਕਿ ਸਾਡੀ ਸਿੱਖਾਂ ਦੀ ਜਿਹੜਾ ਬੋਲਬਾਲਾ ਹੈ ਉਹ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ। ਫਿਰ ਉਹ ਤਾਂ ਜੇ ਤੁਸੀਂ ਜਿੱਤਦੇ ਹੋ, ਨਹੀਂ ਜਿੱਤਦੇ, ਪਾਰਲੀਮੈਂਟ ਜਾਂਦੇ ਹੋ, ਵਿਧਾਨ ਸਭਾ 'ਚ ਨਹੀਂ ਜਾਂਦੇ, ਉਹ ਤੋਂ ਬਿਨਾਂ ਵੀ ਹੈਗਾ। ਮੈਂ ਪੁੱਛ ਰਿਹਾ ਹੈਗਾ ਕੀ ਵਿਧਾਨ ਸਭਾ ਜਾਣ ਨਾਲ, ਪਾਰਲੀਮੈਂਟ ਜਾਣ ਨਾਲ ਸਿੱਖਾਂ ਦੀ ਤਕਦੀਰ ਤੇ ਤਸਵੀਰ ਬਦਲ ਜਾਏਗੀ? ਸਿਮਰਨਜੀਤ ਮਾਨ ਬਦਲ ਦੇਣਗੇ ਕੌਮ ਦੀ ਤਕਦੀਰ ਤੇ ਤਸਵੀਰ? ਹਾਂ, ਅਸੀਂ ਕੋਸ਼ਿਸ਼ ਕਰਾਂਗੇ। ਹੁਣ ਦੇਖੋ ਨਾ, WTO ਹੈ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਉਹਨੇ ਕਿਹਾ ਹੈ ਕਿ ਬਾਰਡਰ ਖੋਲ੍ਹੋ ਸਾਰੇ ਮੁਲਕ, ਤੇ ਇੰਡੀਆ ਦੇ ਉਹਦੇ ਉੱਤੇ ਦਸਤਖਤ ਹੋਏ ਹੈ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਪਾਕਿਸਤਾਨ ਦੇ ਨਾਲ ਸਾਡਾ ਬਾਰਡਰ ਖੁੱਲ੍ਹ ਜੇ, ਜਿਹੜਾ ਅਜੇ ਤੱਕ ਐਡੇ ਮੋਰਚਾ ਲਾ ਕੇ ਕਿਸਾਨਾਂ ਨੂੰ ਸੰਤੁਸ਼ਟੀ ਨਹੀਂ ਹੋਈ, ਤੇ ਜੇ ਸਾਡੀਆਂ ਜਿਨਸਾਂ ਪਾਕਿਸਤਾਨ ਤੇ ਦੂਜੇ ਮੁਲਕਾਂ ਦੇ ਵਿੱਚ ਵਿਕਣ ਲੱਗ ਪਈਆਂ, ਤੇ ਸਾਡਾ ਇੱਕ ਕਿੱਤਾ ਵੀ ਹੈ, ਖੇਤੀ ਤੇ ਖੇਤ ਮਜ਼ਦੂਰੀ, ਟਰਾਂਸਪੋਰਟ ਵੀ ਹੈ ਤੇ ਵਪਾਰ ਵੀ ਹੈ, ਇਹ ਪ੍ਰਫੁੱਲਤ ਹੋਊਗਾ। ਹੁਣ ਪਾਕਿਸਤਾਨ ਦੇ ਵਿੱਚ ਕਣਕ ਦੀ ਕਮੀ ਆ, ਉਹ ਰੂਸ ਤੋਂ ਮੰਗਵਾਉਂਦਾ ਹੈ, ਤੇ ਇੱਥੇ ਵੱਟ ਨਾਲ ਵੱਟ ਲੱਗਦੀ ਹੈ ਪੰਜਾਬ ਦੀ ਪਾਕਿਸਤਾਨ ਦੇ ਨਾਲ, ਕਿ ਸਾਡੇ ਕਿਸਾਨ ਉੱਧਰ ਮੰਡੀਆਂ ਦੇ ਵਿੱਚ ਨਹੀਂ ਆਪਣੀ ਚੀਜ਼ਾਂ ਵੇਚ ਸਕਣਗੇ। ਈਰਾਨ ਦੇ ਵਿੱਚ ਕੀਮਤ ਅੱਜ ਬਾਸਮਤੀ ਦੀ 9,000 ਰੁਪਈਆ ਕੁਇੰਟਲ ਹੈ, ਇੱਥੇ 3,000 ਹੈ ਜਾਂ 3,500 ਰੁਪਈਆ ਹੈ। ਤੇ ਜਿਹੜੇ ਸਾਡੇ ਬੇਰੁਜ਼ਗਾਰ ਨੌਜਵਾਨ ਹੈ, ਉਹਨਾਂ ਦੇ ਖੂਨ ਦੇ ਵਿੱਚ ਟਰਾਂਸਪੋਰਟ ਹੈ, ਜਿਵੇਂ ਉਹਨਾਂ 'ਚ ਕਿਸਾਨੀ ਹੈ, ਤੇ ਇੱਥੇ ਟਰੱਕ ਚੱਲਣਗੇ, ਬਾਹਰ ਦੇ ਮੁਲਕਾਂ 'ਚ ਜਾਣਗੇ, ਆਮਦਨ ਆਊਗੀ, ਖੱਟਣਗੇ, ਲਾਲੇ ਬਾਣੀਏ ਵੀ ਪ੍ਰਫੁੱਲਤ ਹੋਣਗੇ, ਉਹਨਾਂ ਦੇ ਵੀ ਘਰ ਦਾਣੇ ਆਉਣੇ ਹੈ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਜ਼ਿਮੀਂਦਾਰਾਂ ਦੀਆਂ, ਕਿਸਾਨਾਂ ਦੀਆਂ ਟਰਾਲੀਆਂ ਸ਼ਹਿਰ ਦੇ ਵਿੱਚ ਆ ਜਾਂਦੀਆਂ, ਕਣਕ ਦੀਆਂ, ਝੋਨੇ ਦੀਆਂ, ਕਪਾਹ ਦੀਆਂ, ਇਹ ਜਿੰਨੇ ਵੀ ਲਾਲੇ ਬਾਣੀਏ ਹੈ, ਇਹ ਖੁਸ਼ ਹੁੰਦੇ ਹੈ ਕਿ ਹੁਣ ਸਾਡੇ ਘਰੇ ਪੈਸੇ ਆਉਣਗੇ, ਇਹ ਜਿੰਨਾ ਵੀ ਇਹਨਾਂ ਕਿਸਾਨਾਂ ਨੇ ਕਰਜ਼ਾ ਲਿਆ ਉਹ ਲੱਥੂਗਾ, ਹੋਰ ਚੀਜ਼ਾਂ ਫੇਰ ਖਰੀਦ ਕੇ ਲੈ ਕੇ ਜਾਣਗੇ। ਸੋ ਮੇਰਾ ਮਤਲਬ ਹੈ ਬਾਰਡਰ ਖੋਲ੍ਹਣ ਦੇ ਨਾਲ ਸਾਡੀ ਆਵਾਜ਼ ਤੇ ਸਾਡਾ ਮਾਲ ਬਾਹਰ ਪਹੁੰਚੂਗਾ। ਹੁਣ ਫਰਜ਼ ਕਰ ਲਓ ਫਗਵਾੜਾ ਹੈ,
ਜਾਂ ਬਟਾਲਾ ਹੈ, ਜਿੱਥੇ ਛੋਟੇ ਛੋਟੇ ਸ਼ਹਿਰਾਂ 'ਚ ਸਾਡੇ ਮਿਸਤਰੀ ਸਿੰਘ ਕਿਸਾਨਾਂ ਦੇ ਲਈ ਮਸ਼ੀਨਾਂ ਬਣਾਉਂਦੇ ਆ। ਇਹ ਸਾਰੀਆਂ ਸਾਡੇ ਪੰਜਾਬ, ਜਿਹੜਾ ਪੰਜਾਬ ਪਾਕਿਸਤਾਨ 'ਚ ਹੈ, ਉੱਥੇ ਵੀ ਜਾਂਦੀਆਂ, ਪਰ ਬਟਾਲੇ ਤੋਂ ਟਰੱਕ ਦੇ ਵਿੱਚ ਦਿੱਲੀ ਜਾਂਦੀਆਂ, ਦਿੱਲੀ ਤੋਂ ਬੰਬੇ ਜਾਂਦੀਆਂ, ਬੰਬੇ 'ਚ ਕਰਾਚੀ ਜਾਂਦੀਆਂ, ਬੰਬੇ ਤੋਂ ਕਰਾਚੀ ਜਾਂਦੀਆਂ, ਕਰਾਚੀ ਤੋਂ ਲਾਹੌਰ ਜਾਂਦੀਆਂ, ਅਤੇ ਫਿਰ ਕਸੂਰ ਆਉਂਦੀਆਂ, ਜਿਹੜਾ ਇਹ ਬਟਾਲੇ ਦੇ ਨੇੜੇ ਹੈ, ਸਿਆਲਕੋਟ ਨੇੜੇ ਆ, ਉੱਥੇ ਆਉਂਦੀਆਂ। ਹੁਣ ਦੱਸੋ, ਜੇ ਬਾਰਡਰ ਖੁੱਲ੍ਹ ਜਾਣ ਤਾਂ ਸਾਰੇ ਪ੍ਰਫੁੱਲਤ ਹੋਵੋਗੇ ਤੇ ਤੁਹਾਡਾ ਟੈਲੀਵਿਜ਼ਨ ਵੀ ਵਧੀਆ ਚੱਲੂ। ਤੁਸੀਂ ਵੀ ਉੱਥੇ ਅਨਾਰਕਲੀ ਬਾਜ਼ਾਰ 'ਚ ਜਾ ਕੇ ਮੈਂ ਇਹ ਕਹਿ ਰਿਹਾ ਕਿ ਇਹ ਕਰਨਾ ਇੰਨਾ ਸੌਖਾ, ਇਹ ਗੱਲ ਕਰਨੀ ਤਾਂ ਬਹੁਤ ਸੌਖੀ ਹੈ। ਜੇ ਤੁਸੀਂ ਮੰਨ ਲਓ ਤੁਹਾਡੇ 117 ਵੀ ਜਿੱਤ ਕੇ ਆ ਜਾਣ, ਕਰਨ ਦੇ ਦੇਣਗੇ? ਦੇਖੋ, ਮੈਨੂੰ ਕਿਰਪਾਨ, ਇਹ ਤਾਂ ਇੰਡੀਅਨ ਸਟੇਟ ਦਾ ਮਸਲਾ ਨਾ, ਪਰ ਕਿਰਪਾਨ ਮੈਨੂੰ ਨਹੀਂ ਲੈ ਕੇ ਜਾਣ ਦਿੱਤੀ, ਕਿਉਂ ਕਰਕੇ ਉਹਨਾਂ ਨੇ ਕਿਹਾ ਕਿ ਕਿਰਪਾਨ ਨਹੀਂ ਲੈ ਕੇ ਜਾਣ। ਮੈਂ ਕਿਹਾ ਇਹ ਮੇਰਾ ਹੱਕ ਹੈ, ਤੁਹਾਡੀ ਦਫਾ 25 ਸੰਵਿਧਾਨ ਦੇ ਵਿੱਚ, ਕਿ ਮੈਂ ਕਿਰਪਾਨ ਪਹਿਨ ਵੀ ਸਕਦਾ ਜਿਵੇਂ ਮੈਂ ਪਹਿਨੀ ਹੋਈ ਹੈ, ਤੇ ਲੈ ਕੇ ਜਾ ਸਕਦਾ। ਨਹੀਂ, ਕਹਿੰਦੇ ਸਾਨੂੰ ਖਤਰਾ ਹੈ। ਮੈਂ ਕਿਹਾ ਜੇ ਸਿੱਖਾਂ ਦੀ ਪਾਰਲੀਮੈਂਟ ਹੋ ਗਈ ਤੇ ਜੇ ਹਿੰਦੂਆਂ ਦੇ ਤੇ ਸਿੱਖਾਂ ਨੇ ਕਹਿਤਾ ਕਿ ਤੁਸੀਂ ਜਨੇਊ ਨਹੀਂ ਪਹਿਨ ਕੇ ਆ ਸਕਦੇ, ਫਿਰ ਤੁਹਾਨੂੰ ਕਿਵੇਂ ਪਤਾ ਕੀ ਲੱਗੂਗਾ? ਕਹਿੰਦੇ ਜਨੇਊ ਕੇ ਸਾਥ ਤੋਂ ਕੋਈ ਖਤਰਾ ਥੋੜੀ ਹੁੰਦਾ। ਮੈਂ ਕਿਹਾ ਜਿਹੜਾ ਚੀਨੀਆਂ ਦਾ ਧਾਗਾ ਹੁੰਦਾ ਉਹ ਤਾਂ ਵੱਢ ਕੇ ਰੱਖ ਦਿੰਦਾ, ਜੇ ਉਹ ਜਨੇਊ ਚੀਨ ਦੇ ਧਾਗੇ ਦਾ ਬਣਿਆ ਹੋਊਗਾ ਤੇ ਖਤਰਾ ਕਿਉਂ ਨਹੀਂ ਹੋਊਗਾ ਫਿਰ ਤੁਹਾਨੂੰ ਸਾਰਿਆਂ ਨੂੰ? ਠੀਕ ਹੈ, ਮੇਰਾ ਮਤਲਬ ਇਹ ਜਿਹੜਾ ਲੌਜਿਕ ਹੈ ਨਾ, ਇਹ ਦਲੀਲ ਹੈ, ਇਹ ਵੱਧ ਗਿਣਤੀ ਦਾ ਜ਼ੋਰ ਇੰਨਾ ਹੈ, ਨੰਬਰ ਇੰਨੇ ਹੈ ਕਿ ਸਾਨੂੰ ਫੇਰ ਕੇ ਰੱਖ ਦਿੰਦੇ ਆ। ਕਾਨੂੰਨ ਇਹਨਾਂ ਦੇ ਹੱਥ 'ਚ ਹੈ ਨਾ। ਤੁਸੀਂ ਖਾਲਿਸਤਾਨ ਦੇ ਮੁੱਦੇ ਤੇ ਹਰ ਵਾਰ ਚੋਣ ਲੜਦੇ ਹੋ, ਖਾਲਿਸਤਾਨ ਦਾ ਮੁੱਦਾ ਤੁਹਾਡਾ ਬੜਾ ਅਹਿਮ ਮੁੱਦਾ ਹੈਗਾ। ਕੁਝ ਤਰ੍ਹਾਂ ਕਹਿੰਦੀਆਂ ਨੇ ਕਿ ਜੇ ਐਡਾ ਸੌਖਾ ਹੋਵੇ ਕਿਸੇ ਸਟੇਟ ਤੋਂ, ਕਿਉਂਕਿ ਤੁਸੀਂ ਬਫਰ ਸਟੇਟ ਦੀ ਵੀ ਗੱਲ ਨਾਲ ਕਰਦੇ ਹੋਗੇ, ਕਿ ਜੇ ਚੋਣਾਂ ਦੇ ਨਾਲ ਹੀ ਖਾਲਿਸਤਾਨ ਮਿਲਣਾ, ਤੁਹਾਨੂੰ ਲੱਗਦਾ ਚੋਣਾਂ ਨਾਲ ਖਾਲਿਸਤਾਨ ਮਿਲ ਜਾਊਗਾ, ਯਾਨੀ ਵਿਧਾਨ ਸਭਾ ਜਾ ਕੇ ਖਾਲਿਸਤਾਨ ਮਿਲ ਜਾਊਗਾ? ਜਿਹੜੀ ਜਮਹੂਰੀਅਤ ਦੀ ਆਵਾਜ਼ ਹੁੰਦੀ ਹੈ, ਸਾਰੀ ਦੁਨੀਆ ਦੇ ਵਿੱਚ ਫੈਲਦੀ ਹੈਗੀ ਹੈ। ਅਤੇ ਜਿਵੇਂ ਵਲਾਇਤ ਦੇ ਵਿੱਚ ਰੈਫਰੈਂਡਮ 2 ਵਾਰੀ ਹੋਇਆ, ਜਿਵੇਂ ਸਪੇਨ ਦੇ ਵਿੱਚ ਹੋਇਆ, ਜਿਵੇਂ UN ਨੇ ਕੈਟਲਨ 'ਚ ਹੋਇਆ, ਉੱਥੇ ਕਰਾਇਆ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਜਿਹੜੇ ਇਲੈਕਟਿਡ ਮੈਂਬਰਸ ਹੁੰਦੇ ਹੈ, ਅੱਜ ਦੇ ਦਿਨ ਦੇ ਵਿੱਚ ਇਹਨਾਂ ਦੀ ਸੁਣੀ ਜਾਂਦੀ ਹੈ, ਕਿਉਂ ਕਰਕੇ ਇਹਨਾਂ ਦੇ ਪਿੱਛੇ ਲੋਕ ਹੁੰਦੇ ਹੈ। ਅਤੇ ਜਿਹੜਾ ਨੁਮਾਇੰਦਾ ਇਲੈਕਟ ਹੋ ਕੇ ਜਾਂਦਾ ਹੈ, ਉਹਦੀ ਆਵਾਜ਼ ਹਿੰਦੂਤਵਾ ਨੂੰ ਵੀ ਆਪਣੀਆਂ ਅਖਬਾਰਾਂ 'ਚ ਭਰਨੀ ਪੈਂਦੀ ਹੈ, ਜਿਹੜੀ ਅੱਜ ਨਹੀਂ ਭਰਦੇ। ਥੋੜਾ ਇਤਰਾਜ਼ ਸੀ, ਮੈਂ ਤੁਹਾਨੂੰ ਸੁਣ ਰਿਹਾ, ਤੁਸੀਂ ਕਹਿੰਦੇ ਮੈਨੂੰ ਅੰਗਰੇਜ਼ੀ ਅਖਬਾਰ ਛਾਪਦੇ ਨਹੀਂ, ਤੁਹਾਡਾ ਬਿਆਨ ਹੀ ਨਹੀਂ ਛਾਪਦੇ। ਮੈਂ ਕਦੇ ਕਦੇ ਤਾਂ ਦੇਖਿਆ ਇਹ ਜੀ ਗੱਲ ਵੀ, ਕਦੇ ਨਹੀਂ ਛਪਿਆ ਹੁੰਦਾ। ਮੇਰੇ ਯਾਦ ਆ ਸਰਬੱਤ ਖਾਲਸਾ ਹੋਇਆ, ਤੁਹਾਡਾ ਬਿਆਨ ਛਪਿਆ ਸੀਗਾ ਹਿੰਦੁਸਤਾਨ ਟਾਈਮ 'ਚ, ਛੋਟਾ ਜਿਹਾ ਲਿਖਿਆ ਸੀਗਾ। ਹਾਂ, ਪਰ ਪੱਕੀ ਤੁਹਾਨੂੰ ਲੱਗਦਾ ਤੁਹਾਡੇ ਤੇ ਅੰਗਰੇਜ਼ੀ ਅਖਬਾਰਾਂ ਨੇ ਬੈਨ ਲਾਇਆ ਹੈ, ਜਾਂ ਤੁਸੀਂ ਦੇਖ ਕੇ, ਜਾਂ ਇੰਡੀਅਨ ਮੀਡੀਆ ਨੇ ਤੁਹਾਡੇ ਤੇ ਬੈਨ ਲਾਇਆ? ਹਾਂ ਬਿਲਕੁਲ, ਤੁਸੀਂ ਦੇਖ ਲਓ। ਤੁਸੀਂ ਮੇਰਾ ਮਤਲਬ, ਤੁਸੀਂ ਤਾਂ ਬੜੇ ਫਰਸਟ ਕਲਾਸ ਟੌਪ ਜਰਨਲਿਸਟ ਹੋ, ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਮੇਰਾ ਤਾਂ ਤੁਹਾਡੇ ਵਰਗੇ ਆ ਕੇ ਇੰਟਰਵਿਊ ਕਰ ਲੈਂਦੇ ਆ, ਪਰ ਦੂਜਾ ਤਾਂ ਨਹੀਂ ਕੋਈ। ਦੱਸੋ ਉੱਥੋਂ ਦੇ ਕੋਈ ਮੀਡੀਆ ਨਾਲ ਤੁਹਾਨੂੰ ਇਤਰਾਜ਼ ਆ? ਮਤਲਬ ਪੰਜਾਬ ਦੇ ਨਾਲ ਵੀ, ਜਾਂ ਬਾਕੀ ਕਿਹਦੇ ਨਾਲ, ਕਿਹੜੇ ਮੀਡੀਆ ਨਾਲ ਇਤਰਾਜ਼ ਆ ਤੁਹਾਨੂੰ? ਮੀਡੀਆ ਨਾਲ ਹੋ ਹੀ ਨਹੀਂ ਸਕਦਾ, ਕਿਉਂ ਕਰਕੇ ਇਹ ਤਾਂ ਜਮਹੂਰੀਅਤ ਦਾ ਅੰਗ ਹੈ। ਨਹੀਂ, ਇਤਰਾਜ਼ ਦਾ ਮਤਲਬ ਤੁਸੀਂ ਕਹਿੰਦੇ ਤੁਹਾਨੂੰ ਸਪੇਸ ਨਹੀਂ ਦਿੰਦੇ, ਇਹ ਤਾਂ ਤੁਹਾਡਾ ਡੈਮੋਕ੍ਰੇਟ। ਫਿਰ ਹੁਕੂਮਤ ਹੈ ਹਿੰਦੂਤਵਾ ਦੀ, ਉਹਦਾ ਜ਼ੋਰ ਮੀਡੀਆ ਦੇ ਉੱਤੇ ਇੰਨਾ ਹੈਗਾ ਕਿ ਉਹ ਮੇਰੀ ਗੱਲ ਨਹੀਂ ਲੱਗਣ ਦਿੰਦੇ। ਤੁਹਾਨੂੰ ਲੱਗਦਾ ਬੈਨ ਕਰਵਾਇਆ ਹੋਇਆ, ਤੁਹਾਨੂੰ ਮੋਦੀ ਨੇ ਬੈਨ ਕਰਵਾਇਆ ਹੈ? ਇਹ ਤਾਂ ਨਹੀਂ ਮੈਂ ਕਹਿ ਸਕਦਾ ਕਿਹਨੇ ਕਰਵਾਇਆ ਫਿਰ? ਹਿੰਦੂਤਵਾ ਨੇ ਕਰਾਇਆ। ਨਾਗਪੁਰ ਤੋਂ ਬੈਨ ਹੋਏ, ਨਾਗਪੁਰ ਤੋਂ ਬੈਨ ਵੀ ਹੋਏ, ਪਰ ਮੇਰਾ ਮਤਲਬ ਜਾਂ ਤਾਂ ਫਿਰ ਇਹ, ਮੈਂ ਦਲੀਲ ਦੀ ਗੱਲ ਕਰਦਾ, ਤੁਸੀਂ ਹੁਣ ਇੰਨੀ ਦੂਰੋਂ ਆਏ ਹੋ ਮੇਰੀ ਇੰਟਰਵਿਊ ਕਰਨ, ਤਾਂ ਮੈਂ ਸੁਣ ਰਿਹਾ ਸੀ, ਤਾਂ ਹੀ ਤਾਂ ਪੁੱਛਿਆ ਤੁਹਾਨੂੰ। ਕੋਈ ਨਾ ਕੋਈ ਤਾਂ ਤੁਹਾਨੂੰ ਚੀਜ਼ ਮੇਰੇ ਚੋਂ ਲੱਭੀ ਹੋਣੀ ਹੈ, ਤਦੇ ਆਏ ਹੋ। ਤੇ ਫਿਰ ਉਹ ਜਿਹੜੇ ਏਡੇ ਏਡੇ ਬੰਦੇ ਹੈ, ਤੇ ਉਹ ਕਿਉਂ ਨਹੀਂ ਮੇਰਾ ਬਿਆਨ ਲਾ ਸਕਦੇ ਹੈਗੇ? ਹਿੰਦੁਸਤਾਨ ਟਾਈਮਜ਼ ਹੈ, ਇੰਡੀਅਨ ਐਕਸਪ੍ਰੈਸ ਹੈ, ਟ੍ਰਿਬਿਊਨ ਹੈ, ਟਾਈਮਜ਼ ਆਫ ਇੰਡੀਆ ਹੈ, ਕਦੇ ਲਾਉਂਦੇ ਨਹੀਂ। ਮਾਨ ਸਾਹਿਬ, ਜਿਹੜਾ ਉਦੋਂ 92 ਵਾਲੀ ਇਲੈਕਸ਼ਨ ਵੀ ਬਾਈਕਾਟ ਵਾਲਾ ਮਸਲਾ ਹੈਗਾ, ਉਸ ਤੋਂ ਪਹਿਲਾਂ ਵੀ ਤੁਸੀਂ 99 'ਚ ਜਿੱਤ ਕੇ ਆਉਂਦੇ ਹੋਗੇ, ਤੁਹਾਨੂੰ ਕੀ ਲੱਗਦਾ ਹੈਗਾ? ਮੈਂ ਇਹ ਕਹਿ ਰਿਹਾ, ਕੁਛ ਤਰ੍ਹਾਂ ਇਹ ਮੰਨਦੀਆਂ ਨੇ ਕਿ ਜਿਹੜਾ ਤੁਹਾਡਾ ਖਾਲਿਸਤਾਨ ਆ, ਉਹ ਕਦੇ ਵੀ ਵੋਟਾਂ ਨਾਲ ਨਹੀਂ ਬਣਨਾ ਹੈਗਾ,
ਇਹ ਅਜੇ ਵੀ ਪੰਜਾਬ ਦੇ ਅੰਦਰ ਇੱਕ ਥਾਟ ਹੈ ਖਾਲਿਸਤਾਨੀ ਧਿਰਾਂ ਦਾ। ਇੱਕ ਤੁਹਾਡੇ ਵਾਲਾ ਥਾਟ ਹੈ ਕਿ ਪਾਰਲੀਮੈਂਟਰੀ ਪੋਲਿਟਿਕਸ ਰਾਹੀਂ ਖਾਲਿਸਤਾਨ ਬਣ ਸਕਦਾ ਗਾ? ਇਹ ਰਾਹ ਹੈ ਤੇ ਬੰਦੂਕਾਂ ਨਾਲ ਵੀ ਦੇਖ ਲਿਆ ਸੀ। ਸਾਡੇ ਕੋਲੇ ਧਰਤੀ ਨਹੀਂ ਇਹੋ ਜਿਹੀ ਹੈਗੀ, ਨਾ ਸਾਡਾ ਕੋਈ ਦੇਸ਼ ਹੋਰ ਹੈਗਾ। ਜਿਵੇਂ ਕਸ਼ਮੀਰੀਆਂ ਦੇ ਮੁਸਲਮਾਨ ਉੱਥੋਂ ਮੈਡੀਟਰੇਨੀਅਨ ਸੀ ਤੱਕ ਜਾਂਦੇ ਹੈ, ਮੈਡੀਟਰੇਨੀਅਨ ਸੀ ਤੱਕ ਜਾਂਦੇ, ਇੱਧਰ ਇੰਡੋਨੇਸ਼ੀਆ ਤੱਕ ਜਾਂਦੇ ਹੈ, ਤੇ ਉੱਥੇ ਉਹਨਾਂ ਦਾ ਰੋਸ ਮੁਜ਼ਾਹਰਾ ਅੱਜ ਵੀ ਚੱਲ ਰਿਹਾ ਹੈ। ਉਹਨਾਂ ਨੂੰ ਦਬਾਇਆ ਤਾਂ ਨਹੀਂ ਨਾ ਗਿਆ, ਹੈ ਨਾ, ਪਰ ਸਾਨੂੰ ਤਾਂ ਦਬਾ ਕੇ ਰੱਖਿਆ ਹੋਇਆ। ਸਾਡੇ ਲੀਡਰ ਦਬੇ ਹੋਏ ਬੀਜੇਪੀ, RSS, ਫਿਰ ਆਮ ਆਦਮੀ ਪਾਰਟੀ, ਕਾਂਗਰਸ 'ਚ ਜਾਈ ਜਾਂਦੇ ਹੈ। ਉਹਨਾਂ ਨੂੰ ਕਾਹਦਾ ਡਰ ਹੈ? ਸਹਿਮ ਹੈ ਨਾ ਕਿ ਇਸ ਹਕੂਮਤ ਦੇ ਥੱਲੇ ਸਾਨੂੰ ਵੱਧ ਗਿਣਤੀ ਦੀ ਜਿਹੜੀ ਪਾਰਟੀ ਹੈ ਉਹਦੇ ਨਾਲ ਹੱਥ ਮਿਲਾ ਕੇ ਰੱਖਣਾ ਪਊਗਾ, ਤਾਂ ਅਸੀਂ ਜਿਉ ਮੈਂ ਸਕਾਂਗੇ। ਤੁਹਾਨੂੰ ਇੱਕ ਜਮਾ ਸਿੰਪਲ ਜਿਹੜਾ ਸਵਾਲ ਪੁੱਛ ਰਿਹਾ ਹੈਗਾ ਕਿ ਮੰਨ ਲਓ ਤੁਹਾਡੇ 80 ਬੰਦੇ ਜਿੱਤ ਕੇ ਵਿਧਾਨ ਸਭਾ ਚਲੇ ਜਾਂਦੇ ਨੇ, 70 ਚਲੇ ਜਾਂਦੇ ਨੇ, ਕੀ ਫਿਰ ਖਾਲਿਸਤਾਨ ਬਣ ਜਾਏਗਾ? ਰੈਜ਼ੋਲੂਸ਼ਨ ਤਾਂ ਪਾਸ ਹੋ ਸਕਦੀ ਹੈ ਕਿ ਨਹੀਂ? ਰੈਜ਼ੋਲੂਸ਼ਨ ਪਾਸ ਕਰ ਸਕਦੇ? ਅਜੇ ਤਾਂ ਰੈਜ਼ੋਲੂਸ਼ਨ ਪਾਸ ਹੀ ਨਹੀਂ ਹੋਈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕਿੱਥੇ ਭੋਗ ਪਾਇਆ, ਕਿੱਥੇ ਫੁੱਲ ਪਾਏ ਹੈ, ਬਲੂ ਸਟਾਰ ਕਾਹਦੇ ਲਈ ਕੀਤਾ ਗਿਆ, ਦਿੱਲੀ ਦੇ ਵਿੱਚ ਕਮਿਸ਼ਨ ਕਿਉਂ ਨਹੀਂ ਬਣਿਆ 1984 ਦਾ। ਅਜੇ ਤਾਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਹੀ ਨਹੀਂ ਹੋਈ। ਜੋ ਕੁਛ ਸੰਤਾਪ 1984 ਤੇ ਉਸ ਤੋਂ ਬਾਅਦ ਸਿੱਖ ਕੌਮ ਨੇ ਝੱਲਿਆ, ਅਸੈਂਬਲੀ ਦੇ ਵਿੱਚ ਗੱਲ ਹੀ ਨਹੀਂ ਹੋਈ। ਪਾਰਲੀਮੈਂਟ 'ਚ ਮੈਂ ਕੀਤੀ ਸੀ, ਪਰ ਉਹ ਤਾਂ ਮੈਂ ਇਕੱਲਾ ਸੀ, ਪਰ ਰਿਕਾਰਡ 'ਤੇ ਤਾਂ ਆ ਗਿਆ। ਅੱਜ ਜੇ ਤੁਸੀਂ YouTube ਦੇਖਦੇ ਹੋ, ਉੱਥੇ ਦੇਖਦੇ ਹੋ ਕਿ ਸਿਮਰਨਜੀਤ ਸਿੰਘ ਮਾਨ ਪਹਿਲਾ ਮੈਂਬਰ ਆਫ ਪਾਰਲੀਮੈਂਟ ਹੈ ਜਿਹਨੇ ਸਵਾਲ ਉਠਾਏ ਆ ਸਿੱਖਾਂ ਦੇ ਬਾਰੇ, ਆਨੰਦ ਮੈਰਿਜ ਐਕਟ ਦੇ ਬਾਰੇ, ਸਾਰੇ ਝੰਡੇ ਦੇ ਬਾਰੇ, ਕਿ ਸਾਡਾ ਝੰਡੇ ਦੇ ਵਿੱਚ ਨੁਮਾਇੰਦਗੀ ਕਾਹਦੀ ਹੈ, ਹਿੰਦੂਆਂ ਦੀ ਹੈ, ਜੈਨੀਆਂ ਦੀ ਹੈ, ਬੋਧੀਆਂ ਦੀ ਹੈ, ਮੁਸਲਮਾਨਾਂ ਦੀ ਹੈ। ਮੈਂ ਪੁੱਛਿਆ ਕਿ ਸਾਨੂੰ ਝੰਡੇ 'ਚ ਦਿਖਾ ਦਿਓ, ਜੇ ਅਸੀਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਦਿੱਤੀਆਂ ਤੇ ਸਾਡੀ ਨਿਸ਼ਾਨੀ ਕਿਹੜੀ ਹੈ? ਫਿਰ ਚੁੱਪ ਹੋ ਜਾਂਦੇ ਆ। ਪਰ ਗੱਲ ਤਾਂ ਇਹ ਹੈ ਕਿ ਰਿਕਾਰਡ ਦੇ ਵਿੱਚ ਤਾਂ ਆ ਜਾਂਦੀ ਹੈ ਫਿਊਚਰ ਜਨਰੇਸ਼ਨਸ ਕਿ ਸਾਡੇ ਬੰਦੇ ਸੀਗੇ ਜਿਹੜੇ ਗੂੰਗੇ ਨਹੀਂ ਸੀ, ਬੋਲੇ ਨਹੀਂ ਸੀ, ਉਹਨਾਂ ਨੂੰ ਸੁਣਦਾ ਵੀ ਸੀ ਤੇ ਬੋਲਦੇ ਵੀ ਸੀਗੇ। ਤੇ ਤੁਸੀਂ ਜੇ ਵਿਧਾਨ ਸਭਾ ਪਹੁੰਚ ਜਾਂਦੇ ਹੋ, ਖਾਲਿਸਤਾਨ ਦਾ ਮਤਾ ਪਾਓਗੇ ਵਿਧਾਨ ਸਭਾ 'ਚ? ਇਹ ਤਾਂ ਦੇਖਾਂਗੇ ਜੇ ਉਸ ਵੇਲੇ ਕਿਸੇ ਤਰ੍ਹਾਂ ਦਾ ਮਾਹੌਲ ਹੋਇਆ, ਕਿੰਨੇ ਮੈਂਬਰ ਜਾਂਦੇ ਹੈ। ਹੁਣ ਮਤਾ ਤਾਂ ਮੈਂ ਪਾਸ ਕਰਾ ਸਕਦਾ ਜੇ ਮੇਰੇ ਕੋਲੇ 60 ਜਿੱਤ ਕੇ ਚਲੇ ਜਾਂਦੇ ਆ, ਫਿਰ ਤਾਂ ਤੁਹਾਡੀ ਕਮਿਟਮੈਂਟ ਆ ਕਿ ਪਾਊਗਾ ਮਤਾ। ਆਪਾਂ ਦੇਖਾਂਗੇ ਉਸ ਵੇਲੇ। ਹਾਂ, ਜਿਹੜੀ ਸਿੱਖਾਂ ਦੀ ਸਿਆਸਤ ਹੁੰਦੀ ਹੈ, ਜਿਹੜੀ ਲੜਾਈ ਹੁੰਦੀ ਹੈ, ਉਹ ਗੁਰਿਲਾ ਵਾਰਫੇਅਰ ਹੁੰਦੀ ਹੈ। ਮੌਕੇ ਦੀ ਡਿਸਾਈਡ ਕਰੋ। ਨਹੀਂ, ਮੇਰਾ ਮਤਲਬ ਫੌਜ ਦੇ ਸਾਹਮਣੇ ਨਹੀਂ ਆਈਦਾ, ਪਾਸੇ ਤੋਂ ਮਾਰੀਦਾ। ਇਹ ਸਿੱਖਾਂ ਨੂੰ ਰੱਬ ਨੇ ਦਿੱਤੀ ਹੈ ਗੁਰਿਲਾ ਵਾਰਫੇਅਰ, ਤੇ ਮੇਰੇ 'ਚ ਇੰਨੀ ਸਿਆਣਪ ਹੈ ਕਿ ਮੈਂ ਉਸ ਨੂੰ ਸਮਝ ਸਕਦਾ ਹੈ, ਤੇ ਆਪਾਂ ਜਦੋਂ ਵੀ ਮੌਕਾ ਲੱਗਿਆ ਆਪਾਂ ਗੱਲ ਕਰ ਸਕਦੇ ਹਾਂ। ਅਮਰਗੜ੍ਹ ਕਿਉਂ ਚੁਣਿਆ ਤੁਸੀਂ? ਇੰਨੇ ਹਲਕੇ ਸੀ ਪੰਜਾਬ ਦੇ ਅੰਦਰ। ਮੇਰੀ ਪਾਰਟੀ ਨੇ ਚੁਣਿਆ, ਕਹਿੰਦੇ ਜੀ ਇੱਥੇ ਆਪਾਂ ਇਤਕੀ ਇਲੈਕਸ਼ਨ ਲੜੀਏ। ਕਦੇ ਮੈਨੂੰ ਫਤਿਹਗੜ੍ਹ ਸਾਹਿਬ ਤੋਂ, ਕਦੇ ਬਰਨਾਲੇ ਤੋਂ, ਕਦੇ ਹੋਰ ਕਿਤੋਂ ਲੜਾ ਦਿੰਦੇ ਆ, ਤਰਨਤਾਰਨ ਤੋਂ ਲੜਾ ਦਿੰਦੇ। ਜਿੱਥੇ ਪਾਰਟੀ ਕਹਿੰਦੀ ਮੈਂ ਚਲੇ ਜਾਂਦਾ। ਤੁਹਾਨੂੰ ਕੀ ਲੱਗਦਾ ਹੈਗਾ ਇਸ ਵਾਰ ਵੈਸੇ ਮਾਹੌਲ ਕੀ ਦੇਖ ਰਹੇ ਹੋ ਪੰਜਾਬ ਦਾ? ਤੁਹਾਡੀ ਪਾਰਟੀ, ਬਾਕੀ ਪਾਰਟੀਆਂ, ਕੀ ਮਾਹੌਲ ਹੈ? ਇਹ ਤਾਂ ਭਾਈ ਸਾਹਿਬ ਤੁਸੀਂ ਜਾਣ ਸਕਦੇ ਹੋ, ਤੁਸੀਂ ਅੱਵਲ ਨੰਬਰ ਦੇ ਜਰਨਲਿਸਟ ਹੋ, ਤੁਹਾਡੇ ਕੰਨ ਧਰਤੀ ਦੇ ਨਾਲ ਲੱਗੇ ਹੋਏ ਹੈ, ਬੰਦਿਆਂ ਨਾਲ ਲੱਗੇ ਹੋਏ ਹੈ। ਇਹ ਤਾਂ ਨਤੀਜਾ ਤੁਸੀਂ ਕੱਢਣਾ। ਤਦੇ ਕਹਿੰਦੇ ਹੈ ਕਿ ਉਹ ਸਰਵੇਖਣ ਹੁੰਦਾ ਹੈ ਨਾ, ਤੇ ਇਹ ਤਾਂ ਤੁਸੀਂ ਲਾਉਂਦੇ ਹੁੰਦੇ ਹੋ। ਇਹ ਤਾਂ ਤੁਸੀਂ ਦੱਸ ਸਕਦੇ ਹੋ ਲੋਕਾਂ ਨੂੰ। ਮੈਂ ਤਾਂ ਆਪਣਾ ਤੂਤੜੂ ਵਜਾਈ ਜਾਊਂਗਾ, ਪਰ ਉਹ ਤੂਤੜੂ ਜੇ ਤੁਹਾਡੇ ਵੱਲੋਂ ਵੱਜੇ, ਉਹ ਲੋਕ ਜ਼ਿਆਦਾ ਪਸੰਦ ਕਰਦੇ। ਸੁਖਬੀਰ ਬਾਦਲ ਦਾ ਪਿਛਲੇ ਦਿਨ ਮੈਂ ਇੰਟਰਵਿਊ ਕਰ ਰਿਹਾ ਸੀਗਾ। ਸੁਖਬੀਰ ਬਾਦਲ ਨੇ ਆਪਣੇ ਇੰਟਰਵਿਊ 'ਚ ਕਿਹਾ, ਸ਼ਾਇਦ ਤੁਸੀਂ ਸੁਣਿਆ, ਪਤਾ ਨਹੀਂ, ਉਹ ਕਹਿੰਦੇ, ਮੈਂ ਉਹਨਾਂ ਨੂੰ ਪੁੱਛਿਆ ਮਾਨ ਸਾਹਿਬ ਨੂੰ ਕਦੇ ਮਿਲਣ ਦੀ ਇੱਛਾ ਹੈ? ਕਹਿੰਦੇ ਹਾਂ, ਮਾਨ ਸਾਹਿਬ ਨੂੰ ਮੈਂ ਮਿਲਣਾ ਚਾਹੁੰਦਾ ਹੈਗਾ। ਇੰਟਰਸਟਿੰਗ ਬੰਦੇ ਨੇ, ਉਹਨਾਂ ਨੇ ਕਿਹਾ। ਹਾਂ, ਫਿਰ ਆ ਜਾਣ, ਇਹ ਆ ਜਾਣ। ਮੈਂ ਕਿਹੜਾ ਉਹਨਾਂ ਤੋਂ ਨੱਠਿਆ ਹੈਗਾ, ਪਰ ਫਿਰ ਉਹਨਾਂ ਨੂੰ ਜਿਹੜਾ ਬੁਟਰਸ ਘਲੀ ਨੂੰ ਅਸੀਂ ਮੈਮੋਰੈਂਡਮ ਦਿੱਤਾ ਸੀਗਾ,
ਉਹਨਾਂ ਦੇ ਪਾਪਾ ਜੀ ਦੇ ਦਸਤਖਤ ਹੋਏ ਹੋਏ ਹੈ, ਉਹਦੇ ਤੇ ਵੀ ਤਾਂ ਕੋਈ ਗੱਲਬਾਤ ਮੇਰੇ ਨਾਲ ਕਰਨੀ ਪਊਗੀ। ਮੈਂ ਤਾਂ ਬੜਾ ਖੁਸ਼ ਹੋਊਂਗਾ ਜੇ ਕੋਈ ਵੀ ਆ ਕੇ ਮੈਨੂੰ ਮਿਲੇ ਤੇ ਗੱਲ ਸਿੱਖ ਕੌਮ ਤੇ ਪੰਜਾਬ ਦੀ ਤੇ ਗਰੀਬਾਂ ਦੀ ਕਰੇ ਤੇ ਕਿਸਾਨਾਂ ਦੀ ਕਰੇ ਤੇ ਪੰਜਾਬ ਦੇ ਕਿੱਤੇ ਦੀ ਕਰੇ, ਕਿ ਟਰਾਂਸਪੋਰਟ ਦੀ, ਵਪਾਰ ਦੀ। ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨਾਲ ਮੈਂ ਇੰਟਰਵਿਊ ਕੀਤਾ। ਕੈਪਟਨ ਅਮਰਿੰਦਰ ਸਿੰਘ ਕਹਿੰਦੇ, ਮੈਂ ਉਹਨਾਂ ਨੂੰ ਕਿਹਾ ਅੰਮ੍ਰਿਤਸਰ ਲਾਨਾਮੇ ਤੇ ਸਾਈਨ ਤਾਂ ਤੁਸੀਂ ਵੀ ਕੀਤੇ ਸੀਗੇ। ਕਹਿੰਦੇ ਮਾਨ ਨੂੰ ਸੈੱਟ ਕਰਕੇ ਰੱਖਣਾ ਸੀਗਾ, ਮਾਨ ਨੂੰ ਸੈੱਟ ਕਰਨਾ ਸੀ, ਕਹਿੰਦੇ ਤਾਂ ਕਿ ਕਿਤੇ ਇੱਧਰ ਉੱਧਰ ਨਾ ਭੱਜੇ। ਮਾਨ ਨੂੰ ਮਾੜਾ ਸੈੱਟ ਰੱਖੇ, ਤਾਂ ਅਸੀਂ ਟਾਈਮਲੀ ਜਾਣ ਕੇ ਟੈਕਟੀਕਲੀ ਸਾਈਨ ਕਰਤੇ ਸੀ ਨਾ। ਪਰ ਤੁਸੀਂ ਇੰਨੇ ਤਕੜੇ ਇੰਟੈਲੀਜੈਂਟ ਜਰਨਲਿਸਟ ਹੋ, ਤੁਸੀਂ ਪੁੱਛਣਾ ਸੀਗਾ ਕਿ ਮਾਨ ਨੂੰ ਫਿਰ ਤੁਸੀਂ ਪਿੰਜਰੇ 'ਚ ਪਾ ਲਿਆ। ਸਗੋਂ ਆਪ ਪਿੰਜਰੇ 'ਚੋਂ ਬਾਹਰ ਨਿਕਲ ਗਏ, ਦਸਤਖਤ ਕਰਤੇ ਐਲਾਨਨਾਮੇ ਤੇ। ਮੇਰਾ ਮਤਲਬ ਕੋਈ ਜੇ ਉਹਨਾਂ ਨੇ ਕੋਈ ਸਿਆਣਪ ਦੀ ਗੱਲ ਕਰਨੀ ਸੀ ਤਾਂ ਫਿਰ ਦਸਤਖਤ ਤਾਂ ਨਾ ਕਰਦੇ। ਅੱਛਾ, ਇੱਕ ਮੈਂ ਇੱਕ ਦੋ ਸਵਾਲ ਹੀ ਲੈਣੇ ਆ, ਮੈਨੂੰ ਪਤਾ ਤੁਹਾਡਾ ਅਗਲਾ ਪ੍ਰੋਗਰਾਮ ਆ। ਮੈਂ ਜ਼ਰੂਰ ਪੁੱਛਣਾ ਕਿ ਖਾਸ ਤੌਰ ਦੇ ਉੱਤੇ ਜਦੋਂ ਸਿਮਰਨਜੀਤ ਮਾਨ ਆਉਂਦੇ ਲੋਕਾਂ ਸਾਹਮਣੇ, ਜੋ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਜੋ ਤੁਸੀਂ ਇਹ ਕਹਿੰਦੇ ਹੋ ਕਿ ਇਹ ਲਾਲੇ, ਇਹਨਾਂ ਲਾਲਿਆਂ ਦੀਆਂ ਵੀ ਦੁਕਾਨਾਂ ਭਰ ਜਾਣੀਆਂ ਨੇ, ਜੋ ਤੁਸੀਂ ਕਹਿੰਦੇ ਹੋ ਹਿੰਦੂ ਸਰਕਾਰ ਚਲਾ ਰਿਹਾ ਦੇਸ਼ ਨੂੰ, ਤਾਂ ਜੋ ਤੁਸੀਂ ਇਸ ਹਲਕੇ 'ਚ ਹਿੰਦੂ ਵੀ ਹੋਣਗੇ, ਹਿੰਦੂਆਂ ਬਾਰੇ ਤੁਸੀਂ ਕੀ ਸੋਚਦੇ ਹੋ? ਜਿਹੜੇ ਇਸ ਹਲਕੇ ਦੇ ਹਿੰਦੂ ਨੇ, ਪੰਜਾਬ ਦੇ ਹਿੰਦੂ ਨੇ, ਉਹਨਾਂ ਬਾਰੇ ਕੀ ਸੋਚਦੇ ਹੋ ਤੁਸੀਂ? ਸਾਰਿਆਂ ਨਾਲ ਪਿਆਰ ਕਰਦਾ ਜੀ, ਹਿੰਦੂਆਂ ਨਾਲ ਕਰਦਾ, ਪਰ ਸਿੱਖ ਕਦੇ ਵੀ ਕਿਸੇ ਗੈਰ ਹਕੂਮਤ ਨੂੰ ਮੰਨਿਆ ਨਹੀਂ। ਨਾ ਮੁਗਲਾਂ ਨੂੰ ਮੰਨਿਆ, ਨਾ ਅੰਗਰੇਜ਼ਾਂ ਨੂੰ ਮੰਨਿਆ, ਨਾ ਅਫਗਾਨਾਂ ਨੂੰ ਮੰਨਿਆ। ਨਾ ਅਸੀਂ ਹਿੰਦੂਤਵ ਤੇ ਹਿੰਦੂ ਰਾਸ਼ਟਰ ਨੂੰ ਮੰਨਦੇ ਹਾਂ। ਹਿੰਦੂਆਂ ਨੂੰ ਅਸੀਂ ਕੀ ਕਹਿੰਦੇ ਹਾਂ? ਸਾਡੇ ਨਾਲ ਹੈ, ਭਰਾ ਹੈ, ਵੱਸਦੇ ਹੈ। ਹਿੰਦੂਆਂ ਨੂੰ ਤਾਂ ਕਦੇ ਇਹ ਕਿਉਂ ਸਮਝਦੇ ਕਿ ਮੈਂ ਹਿੰਦੂ ਦੇ ਖਿਲਾਫ ਤੁਸੀਂ ਹੈ? ਖਾਲਿਸਤਾਨ ਦੀ ਗੱਲ ਕਰਦੇ ਹੋ, ਉਹਨਾਂ ਨੂੰ ਕੀ ਪੀੜ ਹੈ? ਮੇਰਾ ਮਤਲਬ ਹੈ ਜੇ ਉਹਨਾਂ ਨੇ ਇੰਡੀਆ ਬਣਵਾ ਲਿਆ ਸਿੱਖਾਂ ਤੋਂ ਕੁਰਬਾਨੀਆਂ ਕਰਾ ਕੇ, ਜੇ ਸਿੱਖ ਆਪਣੀ ਮੰਗ ਮੰਗਦੇ ਹੈ ਤੇ ਉਹਨਾਂ ਨੂੰ ਕੀ ਇਤਰਾਜ਼ ਹੋ ਸਕਦਾ? ਮੈਂ ਤਾਂ ਸਮਝਦਾ ਕਿ ਇਹ ਤਾਂ ਨਜਾਇਜ਼ ਹੈ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਾਰਿਆਂ ਦਾ ਹੱਕ ਹੈ ਇੰਟਰਨੈਸ਼ਨਲ। ਜੇ ਖਾਲਿਸਤਾਨ ਬਣ ਜੇ ਫਿਰ ਬਾਕੀ ਕਮਿਊਨਿਟੀਆਂ ਕਿਵੇਂ ਰਹਿਣਗੀਆਂ? ਉਹਨਾਂ ਬਾਰੇ ਕੀ ਸੋਚਦੇ ਤੁਸੀਂ? ਮੰਨ ਲਓ ਖਾਲਿਸਤਾਨ 'ਚ ਸਿੱਖ ਤਾਂ ਹੋਣਗੇ, ਜਿਵੇਂ ਵਲੈਤ ਰਹਿੰਦਾ ਉਸੇ ਤਰ੍ਹਾਂ ਹੀ ਹੋਊਗਾ। ਅਸੀਂ ਕਿਸੇ ਨੂੰ ਮਾੜਾ ਥੋੜ੍ਹੀ ਕਹਿਣਾ, ਨਾ ਕਿਸੇ ਨੂੰ ਕੱਢਣਾ। ਤੇ ਉਹਨਾਂ ਤੇ ਬਗੈਰ ਵਪਾਰ ਕਿਵੇਂ ਹੋਊਗਾ? ਮਹਾਰਾਜਾ ਰਣਜੀਤ ਸਿੰਘ ਦਾ ਫਾਈਨੈਂਸ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਤਾਂ ਹਿੰਦੂ ਸੀਗੇ। ਨਾ ਸਾਨੂੰ ਹਿਸਾਬ ਰੱਖਣਾ ਹੁੰਦਾ, ਨਾ ਸਾਨੂੰ ਰਾਜ ਕਰਨਾ ਹੁੰਦਾ। ਖਾਲਿਸਤਾਨ ਦਾ ਪ੍ਰਾਈਮ ਮਿਨਿਸਟਰ ਤੇ ਖਾਲਿਸਤਾਨ ਦਾ ਫਾਈਨਾਂਸ ਮਿਨਿਸਟਰ ਵੀ ਹਿੰਦੂ ਹੋ ਸਕਦਾ? ਹਾਂ, ਹੋ ਸਕਦਾ। ਜਿਵੇਂ ਬਰਤਾਨੀਆ ਦਾ ਫਾਈਨੈਂਸ ਮਿਨਿਸਟਰ ਹਿੰਦੂ ਹੈ, ਹੋਮ ਮਿਨਿਸਟਰ ਹਿੰਦੂ ਹੈ, ਤੇ ਇੱਥੇ ਕੋਈ ਵੀ ਜਿਹੜਾ ਇਲੈਕਸ਼ਨ ਜਿੱਤ ਕੇ ਆਊਗਾ ਬਣ ਸਕਦਾ। ਕਿਉਂ ਨਹੀਂ ਬਣ ਸਕਦਾ? ਜਿਹੜੇ ਤੁਹਾਡੇ ਪੈਰਲਲ ਲੀਡਰ ਸੀ ਸਾਰੇ, ਇਹ ਮੈਂ ਬਸ ਇੱਕ ਦੋ ਸਵਾਲ ਹੀ ਲੈਣੇ ਤੁਹਾਡੇ। ਜਿਹੜੇ ਪੈਰਲਲ ਲੀਡਰ ਸੀ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਕੀ ਸੋਚਦੇ ਹੋ ਅੱਜ ਕੱਲ੍ਹ ਇਹਨਾਂ ਬਾਰੇ ਤੁਸੀਂ? ਜਿਹੜੇ ਹੋਰ ਅੰਮ੍ਰਿਤਸਰ ਐਲਾਨਨਾਮੇ, ਚਾਹੇ ਧਰਮ ਯੁੱਧ ਮੋਰਚੇ ਵੇਲੇ ਦੇ ਜਿਹੜੇ ਲੀਡਰ ਨੇ ਸਾਰੇ, ਇਹਨਾਂ ਬਾਰੇ ਕੀ ਸੋਚਦੇ ਹੋ ਤੁਸੀਂ? ਇਹ ਤਾਂ ਸਿੱਟਾ ਤੁਸੀਂ ਕੱਢੋਗੇ। ਤੁਹਾਨੂੰ ਘੋੜੇ ਤੇ ਗਧੇ ਦੀ ਪਛਾਣ ਹੈਗੀ ਆ, ਕਰ ਲਿਓ ਕਿਸੇ ਵੇਲੇ। ਅਮਰਗੜ੍ਹ 'ਚ ਤੁਸੀਂ ਕਹਿੰਦੇ ਹੋ, ਬਾਕੀ ਥਾਵਾਂ ਤੇ ਤੁਸੀਂ ਘੁੰਮਦੇ ਹੋ, ਤੁਹਾਡੇ ਕੰਨ ਹੁੰਦੇ ਆ ਪੱਤਰਕਾਰਾਂ ਦੇ। ਅਮਰਗੜ੍ਹ 'ਚ ਤਾਂ ਤੁਸੀਂ ਘੁੰਮ ਰਹੇ ਹੋਗੇ। ਅਮਰਗੜ੍ਹ ਦੇ ਹਾਲਾਤ ਕੀ ਨੇ? ਅਮਰਗੜ੍ਹ ਦੇ ਜੇ ਮੈਂ ਨਾ ਵੀ ਲੜਦਾ ਹੋਵਾਂ, ਮੇਰੀ ਲੋਕ ਬਹੁਤ ਇੱਜ਼ਤ ਕਰਦੇ ਹੈ। ਮੇਰੇ ਕੋਲ ਕੋਈ ਗਨਮੈਨ ਨਹੀਂ ਹੁੰਦੇ, ਕੋਈ ਕੁਛ ਨਹੀਂ ਹੁੰਦਾ। ਮੈਂ ਕਿਤੇ ਵੀ ਜਾ ਸਕਦਾ, ਦਿੱਲੀ ਵੀ ਜਾ ਸਕਦਾ, ਕਿਤੇ ਜਾ ਸਕਦਾ, ਮੈਨੂੰ ਡਰ ਨਹੀਂ ਲੱਗਦਾ, ਹੈ ਨਾ। ਤੇ ਅਮਰਗੜ੍ਹ ਵੀ ਉਹੋ ਜਿਹਾ ਹੀ ਹੈ। ਇੱਥੇ ਕਾਫੀ ਪਿੰਡ ਮੇਰੇ ਹਲਕੇ MP ਦੇ ਸੀਗੇ। ਇਹਨਾਂ ਨੂੰ ਪਤਾ ਕਿਹੋ ਜਿਹਾ ਬੰਦਾ ਮੈਂ, ਤੇ ਸਾਰਿਆਂ ਨੂੰ ਪਤਾ ਹੈਗਾ। ਇਹਨਾਂ ਦੇ ਲਈ ਲੜਦਾ, ਇਹਨਾਂ ਦੇ ਲਈ ਮਰਨ ਨੂੰ ਤਿਆਰ ਹੈ। ਹੋਰ ਮੇਰਾ ਮਤਲਬ ਮੈਂ ਕੀ ਦੇ ਸਕਦਾ ਇਹਨਾਂ ਨੂੰ? ਤੁਸੀਂ ਇਤਰਾਜ਼ ਬਹੁਤ ਜਤਾਉਂਦੇ ਹੋ। ਪਿਛਲੇ ਦਿਨਾਂ 'ਚ ਮੈਂ ਤੁਹਾਡੇ ਭਾਸ਼ਣ ਸੁਣ ਰਿਹਾ ਸੀਗਾ ਕਿ ਕੌਮ ਤੁਹਾਡਾ ਸਾਥ ਨਹੀਂ ਦਿੰਦੀ ਹੈ ਨਾ, ਤਾਂ ਕੀ ਲੱਗਦਾ ਗਾ ਤੁਹਾਨੂੰ ਇਸ ਵਾਰ ਸਾਥ ਦੇਊਗੀ ਕੌਮ, ਜਾਂ ਜੇ ਨਹੀਂ ਦਿੰਦੀ ਤੁਹਾਨੂੰ ਕੀ ਲੱਗਦਾ ਗਾ ਕਿਉਂ ਨਹੀਂ ਦਿੰਦੀ? ਉਹਨਾਂ ਦੇ ਵਿੱਚ ਕੌਮੀਅਤ ਕਮਜ਼ੋਰ ਹੋਈ ਹੈ। ਜਿਵੇਂ 3 ਵਾਰੀ ਮੇਰੀਆਂ ਜ਼ਮਾਨਤਾਂ ਰੱਦ ਕਰਾਈਆਂ, ਕੈਨੇਡਾ, ਅਮਰੀਕਾ, ਬਰਤਾਨੀਆ, ਫਰਾਂਸ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਸਿੱਖਾਂ ਨੇ ਦੱਬ ਕੇ ਪੈਸੇ ਭੇਜੇ ਆ ਆਮ ਆਦਮੀ ਪਾਰਟੀ ਨੂੰ ਕਿ ਸਿਮਰਨਜੀਤ ਸਿੰਘ ਮਾਨ ਨਹੀਂ ਅੱਗੇ ਆਉਣਾ ਚਾਹੀਦਾ। ਤੇ ਜੇ ਆਪਣੀ ਕੌਮ ਹੀ ਤੁਹਾਡੇ ਖਿਲਾਫ ਚੱਲ ਪਵੇ ਤਾਂ ਫਿਰ ਜਿੱਤਣਾ ਤਾਂ ਵੈਸੇ ਵੀ
ਮੁਸ਼ਕਿਲ ਹੁੰਦਾ ਹੈ। ਜਾਂ ਜੇ ਮੈਂ ਕਾਂਗਰਸ ਪਾਰਟੀ ਚਲੇ ਜਾਵਾਂ, ਬੀਜੇਪੀ 'ਚ ਚਲੇ ਜਾਵਾਂ, ਆਮ ਆਦਮੀ ਪਾਰਟੀ 'ਚ ਚਲੇ ਜਾਵਾਂ, ਤੇ ਮੈਂ ਆਪਣੀ ਕੌਮ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਹੈਗਾ। ਮੈਂ ਉਹਨਾਂ ਦੇ ਲਈ ਸਾਰਾ ਕੁਝ ਕੀਤਾ ਹੈ ਤੇ ਕਰਦਾ ਰਹੂੰਗਾ। ਕੌਮ ਨਾਲ ਤਾਂ ਮੈਂ ਲੱਗਿਆ। ਕਹਿੰਦੇ ਕੂਟਨੀਤੀ ਗੁਰੂ ਸਾਹਿਬ ਦੇ ਟਾਈਮ ਵੀ ਆਪਾਂ ਦੇਖਿਆ, ਜਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਵੀ, ਉਦੋਂ ਬਾਅਦ ਮਿਸਲਾਂ ਦੇ ਟਾਈਮ ਵੀ ਕੂਟਨੀਤੀ ਬੜੀ ਵੱਡੀ ਚੀਜ਼ ਹੁੰਦੀ ਹੈ। ਕਿ ਤੁਸੀਂ ਕਈ ਵਾਰ, ਜਿਵੇਂ ਮੁਮਤਾਜ਼ ਮਾਨ ਨੇ ਕਿਹਾ, ਇੱਕੋ ਲੀਡਰ ਆ ਜਿਹੜਾ ਅੜਿਆ ਰਿਹਾ, ਜਿਹੜਾ ਆਪਣੇ ਸਟੈਂਡ ਤੇ ਰਿਹਾ, ਪਰ ਕਈ ਵਾਰ ਕਿਸੇ ਡਿਪਲੋਮੇਸੀ ਤੇ ਕੂਟਨੀਤੀ ਨੇ ਵੀ ਕੰਮ ਕਰਨਾ ਹੁੰਦਾ ਹੈਗਾ, ਜਿਸ 'ਚੋਂ ਕੌਮ ਦਾ ਫਾਇਦਾ ਹੋ ਜਾਂਦਾ। ਤੁਸੀਂ ਕਿਵੇਂ ਦੇਖਦੇ? ਉਹ ਯਾਦਵਿੰਦਰ ਸਿੰਘ ਜੀ, ਜਦੋਂ ਪਾਵਰ 'ਚ ਆ ਜਾਈਏ ਫੇਰ ਕਰੀਦੀ ਹੈ ਗੱਲ, ਪਹਿਲਾਂ ਨਹੀਂ ਕਰੀਦੀ ਹੁੰਦੀ ਇਹੋ ਜਿਹੀ ਗੱਲ। ਫੇਰ ਤਾਂ ਤੁਹਾਡਾ ਇਤਬਾਰ ਹੀ ਚਲੇ ਜਾਊਗਾ। ਕੂਟਨੀਤੀ ਜਾਨੀ ਉਦੋਂ ਜਦੋਂ ਤੁਹਾਡੇ ਕੋਲੇ ਕੁਝ, ਜਦੋਂ ਪਾਵਰ ਹੁੰਦੀ ਹੈ ਫੇਰ ਨੈਗੋਸ਼ੀਏਸ਼ਨਸ ਹੁੰਦੀ ਹੈ। ਪਾਵਰ ਤੋਂ ਬਗੈਰ ਲੜੀ ਜਾਈਦਾ ਜਿੰਨਾ ਚਿਰ ਮੰਜ਼ਿਲ ਤੇ ਨਾ ਪਹੁੰਚੀਏ। ਧੰਨਵਾਦ ਮਾਨ ਸਾਹਿਬ, ਬਹੁਤ ਬਹੁਤ ਧੰਨਵਾਦ। ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਨ ਸਿਮਰਜੀਤ ਸਿੰਘ ਮਾਨ, ਜਿਹੜੇ ਕਹਿ ਰਹੇ ਨੇ ਕਿ ਉਹ ਕੌਮੀ ਹਿੱਤਾਂ ਦੀ ਲੜਾਈ ਲੜ ਰਹੇ ਨੇ ਤੇ ਲੜਦੇ ਰਹਿਣਗੇ।